ਹੌਸਪੀਟਲ ਦੇ ਜਿਹੜੇ ਹੈਗੇ ਆ ਉਹ ਮਰੀਜ਼ ਨੂੰ ਦਵਾਈ ਅੰਦਰੋਂ ਲੈਣ ਦੇ ਲਈ ਮਜਬੂਰ ਨਹੀਂ ਕਰ ਸਕਦੇ ਹੈਗੇ। ਇਹ ਮੰਨਿਆ ਕਿ ਡਾਕਟਰਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈਗੀ ਕਿਉਂਕਿ ਲੋਕਾਂ ਨੂੰ ਨੌਲੇਜ ਨਹੀਂ ਹੈਗੀ। 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਐਸ ਪਰ ਜੋ ਇਹਨਾਂ ਦੇ ਰੂਲਸ ਹੈਗੇ ਡਿਸਾਈਡ ਕਰਨੀ ਹੈਗੀ ਕੰਪਲੇਂਟ। ਅਗਰ ਨਹੀਂ ਕਰਦੇ 6 ਮਹੀਨਿਆਂ 'ਚ ਤਾਂ ਉਹ ਆਪ ਇਹਦੇ ਵਿੱਚ ਗੁਨਾਹਗਾਰ ਸਾਬਤ ਹੋ ਜਾਂਦੀ ਹੈ। ਜਿਹੜੀ ਇਹਨਾਂ ਦੀ ਟੀਮ ਹੈਗੀ ਉਹ ਆਪ ਗੁਨਾਹਗਾਰ ਸਾਬਤ ਹੋ ਜਾਂਦੀ ਹੈ। ਉਹਦੀ ਸ਼ਿਕਾਇਤ ਦਿੱਤੀ, ਉਹ ਕੰਪਲੇਂਟ 6 ਮਹੀਨਿਆਂ ਦੇ ਵਿੱਚ ਡਿਸਾਈਡ ਹੋਣੀ ਹੈ। ਜਿਹੜਾ ਆਰਟੀਆਈ ਦਾ ਜਵਾਬ ਤਾਂ ਉਹਨਾਂ ਨੇ 30 ਦਿਨਾਂ 'ਚ ਹੀ ਦੇਣਾ ਹੈ। ਜੋ ਪ੍ਰੋਸੀਜਰ ਹੈਗਾ 30 ਦਿਨਾਂ 'ਚ ਨਹੀਂ ਆਉਂਦਾ ਤਾਂ ਅਪੀਲ ਜਾਂਦੀ ਹੈ, ਦੈਨ ਸੈਕਿੰਡ ਅਪੀਲ ਜਾਂਦੀ ਹੈ। ਉਹ ਪ੍ਰੋਸੀਜਰ ਤਾਂ ਉਹੀ ਰਹੇਗਾ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਦੁਬਾਰਾ ਤੋਂ ਸਵਾਗਤ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਜਿਹੜੇ ਅਸੀਂ ਇੱਕ ਇਸ਼ੂ ਸੀਗਾ ਪਹਿਲੇ ਤੁਹਾਨੂੰ ਦਿਖਾਇਆ ਜੈਨਰਿਕ ਤੇ ਐਲੋਪੈਥਿਕ ਦਵਾਈਆਂ ਦਾ, ਜਿਹੜਾ ਰੋਹਿਤ ਸੱਭਰਵਾਲ ਜੀ ਸਾਡੇ ਨਾਲ ਮੌਜੂਦ ਨੇ, ਆਰਟੀ ਐਕਟੀਵਿਸਟ ਹੈਗੇ ਨੇ ਸਾਡੇ ਨਾਲ ਇਸ ਸਮੇਂ ਦੁਬਾਰਾ ਮੌਜੂਦ ਹੈ। ਜਿੱਦਾਂ ਉਹਨਾਂ ਨੇ ਪਹਿਲੇ ਖੁਲਾਸਾ ਕੀਤਾ ਸੀਗਾ ਕਿ ਜਿਹੜੇ ਡਰੱਗ ਸਟੋਰ ਸੀਗੇ ਉਹ ਜੈਨਰਿਕ ਜਿਹੜੀ ਦਵਾਈਆਂ ਹੈਗੀਆਂ ਉਹਨਾਂ ਨੂੰ ਰੱਖਣੀਆਂ ਚਾਹੀਦੀਆਂ ਸੀ। 2017 ਦੇ ਵਿੱਚ ਇੱਕ ਆਰਟੀ ਪਾਈ ਸੀਗੀ, ਆਰਟੀ ਦਾ ਜਿਹੜਾ ਜਵਾਬ ਸੀਗਾ ਉਹਨਾਂ ਨੂੰ ਆ ਗਿਆ। ਲੇਕਿਨ ਇਹਨਾਂ ਇੱਕ ਹੋਰ ਖੁਲਾਸਾ ਅੱਜ ਕਰਨ ਜਾ ਰਹੇ ਨੇ। ਜਿਹੜੇ ਸਾਡੇ ਲੋਕ ਹੈਗੇ ਨੇ, ਆਵਾਮ ਹੈਗੀ, ਸ਼ਹਿਰ ਦੀ ਜਨਤਾ ਜਿਹੜੀ ਸਾਡੀ, ਆਪਾਂ ਗੱਲ ਕਰੀਏ ਪੂਰੇ ਸੂਬੇ ਦੀ ਜਿਹੜੀ ਜਨਤਾ ਹੈਗੀ, ਉਹਨਾਂ ਨੂੰ ਇਹਨਾਂ ਨੇ ਇੱਕ ਆਰਟੀ ਪਾਈ ਹੈ। ਆਰਟੀ ਕੀ ਹੈਗੀ ਆਪਾਂ ਜਾਣਦੇ ਹਾਂ, ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜੇ ਅੰਦਰ ਦਵਾਈਆਂ ਜਿਹੜੀਆਂ ਕੰਪਲਸਰੀ ਕੀਤੀਆਂ ਗਈਆਂ ਸੀ ਕਿ ਹਸਪੀਟਲ ਦੇ ਵਿੱਚੋਂ ਹੀ ਦਵਾਈਆਂ ਜਿਹੜੀਆਂ ਨਿੱਜੀ ਹਸਪਤਾਲ 'ਚੋਂ ਦਵਾਈਆਂ ਲੈਣੀ ਕੰਪਲਸਰੀ ਹੈ, ਬਾਹਰੋਂ ਨਹੀਂ ਲੈ ਕੇ ਜਾ ਸਕਦੇ। ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਉਹ ਲੋਕ ਜਿਹੜੇ ਦਵਾਈਆਂ ਹਸਪਤਾਲ ਦੇ ਵਿੱਚੋਂ ਲੈਂਦੇ ਨੇ ਉਹ ਹੁਣ ਬਾਹਰੋਂ ਵੀ ਦਵਾਈਆਂ ਲੈ ਕੇ ਆਪਣੇ ਪੇਸ਼ੈਂਟ ਨੂੰ ਦੇ ਸਕਦੇ ਨੇ। ਜ਼ਿਆਦਾ ਜਾਣਕਾਰੀ ਲੈਂਦੇ ਹਾਂ ਰੋਹਿਤ ਜੀ ਕੋਲ। ਰੋਹਿਤ ਜੀ, ਕੀ ਮਾਮਲਾ ਕੀ ਹੈ ਤੇ ਕਿਉਂ ਹੁਣ ਸ਼ੁਰੂ ਹੋ ਗਿਆ ਕਿ ਜਲਦੀ ਇਹਨਾਂ ਕੋਲ ਦਵਾਈਆਂ ਲਿੱਤੀਆਂ ਜਾਣਗੀਆਂ? ਇਸ ਤਰ੍ਹਾਂ ਹੈ ਜੀ ਕਿ ਇਹ ਮਾਮਲਾ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਡੀਐਮਸੀ ਹਸਪੀਟਲ ਤੋਂ ਸ਼ੁਰੂ ਹੋਇਆ ਸੀਗਾ, ਕਿਉਂਕਿ ਸਾਨੂੰ ਇਹ ਪਤਾ ਲੱਗਿਆ ਸੀਗਾ ਵੀ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਬਿਲਟਅਪ ਕਰਦੇ ਹੈਗੇ ਆ ਆਮ ਪਬਲਿਕ ਦੇ ਉੱਤੇ ਵੀ ਦਵਾਈ ਸਾਡੇ ਹਸਪੀਟਲ ਦੇ ਅੰਦਰੋਂ ਲਓ। ਅਤੇ ਜਦੋਂ ਇਹ ਮਾਮਲਾ ਹੋਇਆ ਤਾਂ ਉਹਦੇ ਵਿੱਚ ਪੰਜਾਬ ਮੈਡੀਕਲ ਕੌਂਸਲ ਨੇ ਇੱਕ ਜਰਨਲ ਆਰਡਰ ਪਾਸ ਕਰ ਦਿੱਤਾ। ਜਰਨਲ ਆਰਡਰ ਪਾਸ ਕੀਤਾ ਆਹ ਵਾਲਾ ਜਿਹੜਾ ਹਾਈਲਾਈਟਡ ਪਾਰਟ ਹੈ, ਤੁਸੀਂ ਦੇਖੋ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਇਹਨਾਂ ਨੇ, ਦੇਖਿਓ ਜਰਾ, ਕਿ ਹੌਸਪੀਟਲ ਦੇ ਜਿਹੜੇ ਹੈਗੇ ਆ ਉਹ ਮਰੀਜ਼ ਨੂੰ ਦਵਾਈ ਅੰਦਰੋਂ ਲੈਣ ਦੇ ਲਈ ਮਜਬੂਰ ਨਹੀਂ ਕਰ ਸਕਦੇ ਹੈਗੇ ਬਿਲਕੁਲ ਵੀ। ਮਤਲਬ ਜੋ ਇਹ ਜਿਵੇਂ ਮੰਨ ਲਓ ਮੇਰਾ ਕੋਈ ਪੇਸ਼ੈਂਟ ਐਡਮਿਟ ਹੈਗਾ ਤਾਂ ਇਹ ਮੇਰੀ ਇੱਛਾ ਹੈ ਕਿ ਮੈਂ ਦਵਾਈ ਹੌਸਪੀਟਲ ਦੇ ਅੰਦਰੋਂ ਲੈਣੀ ਹੈ, ਮੈਨੂੰ ਅੰਦਰੋਂ ਸਸਤੀ ਮਿਲਦੀ ਹੈ ਕਿ ਬਾਹਰੋਂ ਸਸਤੀ ਮਿਲਦੀ ਆ। ਦੇਖੋ ਉਹਨਾਂ ਨੇ ਵਰਡ ਯੂਜ਼ ਕੀਤਾ ਹੈਗਾ, ਉਸ ਹਸਪਤਾਲ ਦੇ ਵਿੱਚ ਕੰਮ ਕਰਦੇ ਸੰਬੰਧਿਤ ਡਾਕਟਰਾਂ ਵੱਲੋਂ ਇਹ ਕਹਿਣਾ ਕਿ ਉਸ ਦੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਲਈ ਦਵਾਈ ਹਸਪਤਾਲ ਦੀ ਫਾਰਮੇਸੀ ਵਿੱਚੋਂ ਹੀ ਖਰੀਦੀ ਜਾਵੇ, ਇਹ ਅਨਐਥੀਕਲ ਹੈ। ਪਹਿਲੀ ਗੱਲ ਅਨਐਥੀਕਲ, ਜਿਸ ਸੰਬੰਧੀ ਉਹਨਾਂ ਡਾਕਟਰਾਂ ਦੇ ਖਿਲਾਫ ਪ੍ਰੋਫੈਸ਼ਨਲ ਮਿਸਕੰਡਕਟ ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਹੁਣ ਦੋ ਚੀਜ਼ਾਂ ਹੋ ਗਈਆਂ, ਅਨਐਥੀਕਲ ਔਰ ਪ੍ਰੋਫੈਸ਼ਨਲ ਮਿਸਕੰਡਕਟ। ਹੁਣ ਪ੍ਰੋਫੈਸ਼ਨਲ ਮਿਸਕੰਡਕਟ ਦੇ ਵਿੱਚ ਕੀ ਆਉਂਦਾ? ਜੇ ਆਪਾਂ ਮੈਡੀਕਲ ਕੌਂਸਲ ਆਫ ਇੰਡੀਆ ਦਾ ਸਰਕੂਲਰ ਦੇਖੀਏ ਤਾਂ ਇਹਦੇ ਵਿੱਚ ਲਾਸਟ 'ਚ ਜਿਹੜਾ ਮੈਡੀਕਲ ਕੌਂਸਲ ਆਫ ਇੰਡੀਆ ਦਾ ਅਪ੍ਰੈਲ 2017 ਦਾ ਸਰਕੂਲਰ ਸੀਗਾ ਤਾਂ ਉਹਨਾਂ ਨੇ ਕਿਹਾ ਫॉर ਐਨੀ ਡਾਕਟਰ ਫਾਊਂਡ ਵਾਇਲੇਸ਼ਨ ਕਲੌਜ਼ 1.5 ਐਥਿਕ ਰੈਗੂਲੇਸ਼ਨਸ suitable disciplinary action would be undertaken by the concerned SMO MCI। ਨਾਓ ਡਿਸਪਲਿਨਰੀ ਐਕਸ਼ਨ ਕੀ ਹੈ? ਮੈਂ ਇਹਨਾਂ ਦੇ ਡਾਕਟਰਾਂ ਦੇ ਇੰਡੀਅਨ ਮੈਡੀਕਲ ਕੌਂਸਲ ਦੇ ਪ੍ਰੋਫੈਸ਼ਨਲ ਕੰਡਕਟ ਜਿਹੜੇ ਐਥਿਕ ਜਿਹੜੇ ਨੇ ਕੱਢੇ ਉਹ 2002 ਦੇ ਨੇ ਇਹ। ਅਤੇ ਇਹਦੇ ਵਿੱਚ ਤੁਸੀਂ ਅੱਗੇ ਆ ਜਾਓ, ਕਲੌਜ਼ ਨੰਬਰ ਮੈਨੂੰ ਵੀ ਨਹੀਂ ਸੀ ਪਤਾ ਪਹਿਲਾਂ, ਮੈਂ ਵੀ ਅੱਜ ਹੀ ਦੇਖਿਆ ਇਹ। ਪਨਿਸ਼ਮੈਂਟ ਐਂਡ ਡਿਸਪਲਿਨਰੀ ਐਕਸ਼ਨ ਚੈਪਟਰ 8 ਦੇ ਵਿੱਚ ਆ ਹਾਈਲਾਈਟਡ ਪਾਰਟ ਦੇਖੋ ਜਿਹੜਾ ਕੀਤਾ ਹੋਇਆ। ਇਹਦੇ ਅਕੋਰਡਿੰਗ ਜਦੋਂ ਮੰਨ ਲਓ ਕੋਈ ਡਾਕਟਰ ਪ੍ਰੋਫੈਸ਼ਨਲ ਮਿਸਕੰਡਕਟ ਕਰਦਾ ਹੈ ਤਾਂ ਉਸ ਡਾਕਟਰ ਦੇ ਉੱਤੇ ਜਿਹੜਾ ਆ ਇਹ ਡਿਸਪਲਿਨਰੀ ਐਕਸ਼ਨ, ਉਹਨੂੰ ਸਸਪੈਂਡ ਵੀ ਕਰ ਸਕਦੇ ਆ, ਈਵਨ ਉਹਦੀ ਟਰਮੀਨੇਸ਼ਨ ਤੱਕ ਦੀ ਵੀ ਨੌਬਤ ਆ ਸਕਦੀ ਹੈ। ਇਹਦੇ ਮੁਤਾਬਕ ਮੈਡੀਕਲ ਕੌਂਸਲ ਆਫ ਇੰਡੀਆ ਅਗਰ ਕੰਪਲੇਂਟ ਦੇ ਤੱਥ ਸਹੀ ਪਾਉਂਦੀ ਆ, ਮੰਨ ਲਓ ਕਿਸੇ ਬੰਦੇ ਨੂੰ ਹਸਪਤਾਲ ਦੇ ਡਾਕਟਰ ਜਿਹੜੇ ਨੇ ਉਹ ਤੰਗ ਕਰਦੇ ਆ, ਉਹ ਹਸਪੀਟਲ ਦੇ ਡਾਕਟਰ ਦਾ ਨਾਮ, ਸਟਾਫ ਦਾ ਨਾਮ ਲਿਖ ਕੇ ਦੇਵੇਗਾ ਕਿ ਜੀ ਮੈਨੂੰ ਆ ਫਲਾਂ ਡਾਕਟਰ ਫਲਾਂ ਜਿਹੜਾ ਸਟਾਫ ਮੈਂਬਰ ਆ ਇਸ ਹਸਪੀਟਲ ਦੇ ਮੈਨੂੰ ਤੰਗ ਕਰਦੇ ਨੇ, ਮੈਨੂੰ ਕਹਿੰਦੇ ਦਵਾਈ ਸਾਡੇ ਅੰਦਰੋਂ ਲੈਣੇ। ਜਦੋਂ ਪਹਿਲੀ ਗੱਲ ਤਾਂ ਇਹਨਾਂ ਦੀ ਵੀਡੀਓ ਬਣਾ ਕੇ ਰੱਖ ਲਓ। ਆਈ ਡੂ ਐਗਰੀ, ਮੈਂ ਇਸ ਗੱਲ ਨੂੰ ਐਡਮਿਟ ਕਰਦਾ ਕਿ ਜਿੰਨੀ ਦੇਰ ਤੁਹਾਡਾ ਪੇਸ਼ੈਂਟ ਐਡਮਿਟ ਹੈਗਾ ਤੁਸੀਂ ਉਨੀ ਦੇਰ ਤੱਕ ਕੁਝ ਨਹੀਂ ਕਰ ਸਕਦੇ, ਤੁਹਾਡੀ ਮਜਬੂਰੀ ਆ। ਕੋਈ ਗੱਲ ਨਹੀਂ, ਜਿਹੜਾ 5-7 10-15 ਹਜ਼ਾਰ ਰੁਪਈਆ ਇਹਨਾਂ ਨੇ ਛਿੱਲ ਪੱਟਣੀ ਆ, ਪੱਟ ਲੈਣ ਦਿਓ। ਲੇਕਿਨ ਇਹ ਕੋਸ਼ਿਸ਼ ਕਰੀਏ ਵੀ ਇੱਕ ਵਾਰੀ ਸਾਡੀ ਪੱਟੀ ਗਈ ਤਾਂ ਜ਼ਿੰਦਗੀ 'ਚ ਅੱਗੇ ਕਿਸੇ ਹੋਰ ਦੇ ਨਾਲ ਇਹ ਇਨਸੀਡੈਂਟ ਨਾ ਹੋ ਸਕੇ। ਤਾਂ ਇਸ ਪੂਰੇ ਐਪੀਸੋਡ ਦੇ ਸਟਿੰਗ ਆਪਰੇਸ਼ਨ ਕਰਕੇ ਵੀਡੀਓ ਬਣਾ ਕੇ ਰੱਖ ਲਓ। ਅਗਰ ਮੇਰੇ ਵਰਗਾ ਬੰਦਾ ਹੋਵੇ ਤਾਂ ਕੀ ਕਰੇ ਵੀ ਇਹਨਾਂ ਨਾਲ ਚੁੱਪਚਾਪ ਆਪਦੇ ਮਰੀਜ਼ ਦਾ ਇਲਾਜ ਕਰਾਵੇ, ਇਲਾਜ ਕਰਾ ਕੇ ਆਪਦਾ ਸਟਿੰਗ ਆਪਰੇਸ਼ਨ ਕਰਕੇ ਬਾਹਰ ਆ ਜਾਵੇ ਅਤੇ ਬਾਅਦ 'ਚੋਂ ਇਹਨਾਂ ਨੂੰ ਚੰਗੀ ਤਰ੍ਹਾਂ ਫੜ ਕੇ ਠੋਕੇ।
ਵੀ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਆ ਮੇਰੇ ਕੋਲ ਵੀਡੀਓਜ਼ ਮੌਜੂਦ ਨੇ, ਤੁਸੀਂ ਕਿਸ ਤਰੀਕੇ ਦੇ ਨਾਲ ਮੇਰੇ ਪੇਸ਼ੈਂਟ ਨੂੰ ਤੇ ਮੈਨੂੰ ਮਜਬੂਰ ਕੀਤਾ ਦਵਾਈਆਂ ਅੰਦਰੋਂ ਹੀ ਲੈਣੀਆਂ। ਸਾਰੇ ਬਿੱਲ ਵਗੈਰਾ ਸਾਰਾ ਕੁਝ ਰੱਖਣਾ ਤੁਸੀਂ ਆਪਣੇ ਕੋਲੇ, ਜਿਹੜੀ ਕੋਈ ਮੈਡੀਸਨ ਰਿਕਮੈਂਡ ਕਰਦੇ ਨੇ ਬਿੱਲ ਵਗੈਰਾ ਸਾਰੇ ਆਪਦੇ ਕੋਲੇ ਰੱਖਣੇ ਨੇ। ਤਾਂ ਇਹ 6 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੇ ਕੰਪਲੇਂਟ ਜਿਹੜੀ ਆ ਡਿਸਾਈਡ ਕਰਨੀ ਆ। ਇਹ 6 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੇ ਕੰਪਲੇਂਟ ਡਿਸਾਈਡ ਕਰਨੀ ਆ। ਇਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ, ਇਹ ਇੰਗਲਿਸ਼ ਭਾਸ਼ਾ ਦੇ ਵਿੱਚ ਹੈ, ਪੰਜਾਬੀ ਦੇ ਵਿੱਚ ਮੈਂ ਕਲੀਅਰ ਸਮਝਾ ਦਿਆਂ ਕਿ ਪ੍ਰੋਫੈਸ਼ਨਲ ਜਿਹੜਾ ਇਹਨਾਂ ਦੀ ਪਨਿਸ਼ਮੈਂਟ ਐਂਡ ਡਿਸਪਲਿਨਰੀ ਐਕਸ਼ਨ ਇਹਨਾਂ ਦੇ ਉੱਤੇ ਹੈਗਾ। ਇਹਦੇ 'ਚ ਹੈਗਾ it is made clear that any complainant with regard to the professional misconduct can be brought before the appropriate medical counsel, ਕਿਉਂਕਿ ਇਹ ਸਾਰੇ ਭਾਰਤ ਦੇ ਉੱਤੇ ਲਾਗੂ ਹੈ ਤਾਂ appropriate medical counsel ਦੀ ਇਹ ਗੱਲ ਕਰ ਰਹੇ ਆ। for disciplinary action upon receipt of complaint of professional misconduct the appropriate medical counsel will hold an inquiry। ਮਤਲਬ ਉਹਨਾਂ ਨੇ ਨਾ ਜੀ ਇਸ ਦੇ ਬਾਰੇ ਮੈਡੀਕਲ ਕਾਉਂਸਲ ਕੋਲੇ ਕੋਈ ਕੰਪਲੇਂਟ ਆਉਂਦੀ ਹੈ ਤਾਂ ਉਹਨਾਂ ਦੇ ਬਾਰੇ ਜਾਂਚ ਕਰਨੀ ਹੈ। ਐਂਡ ਗਿਵ opportunity to registered medical practitioners to heard in person or by the pleader। ਜਿਹੜਾ ਜਿਸ ਦੇ ਖਿਲਾਫ ਕੰਪਲੇਂਟ ਆ ਉਹਨੂੰ ਸੁਣਿਆ ਜਾਏਗਾ, ਜਾਂ ਤਾਂ ਉਹ ਆਪਦਾ ਕੋਈ ਵਕੀਲ ਲੈ ਕੇ ਪੇਸ਼ ਹੋਵੇ ਜਾਂ ਆਪ ਪੇਸ਼ ਹੋਵੇ, ਜੋ ਵੀ ਉਹਨੂੰ ਸੂਟ ਕਰਦਾ। if the medical practitioner is found to be guilty of committing professional misconduct the appropriate medical counsel may award such punishment as deemed necessary or may direct to removal altogether or for a specific period। ਮਤਲਬ ਮੈਡੀਕਲ ਕਾਉਂਸਲ ਜਿਹੜੀ ਆ ਇਹਨੂੰ ਮਿਸਕੰਡਕਟ ਦੇ ਲਈ ਜਿਹੜੀ ਇਹਦੇ ਤੇ ਗਿਲਟੀ ਕਰਾਰ ਕਰਦੇ ਹੋਏ ਕਾਰਵਾਈ ਵੀ ਕਰ ਸਕਦੀ ਹੈਗੀ ਆ। ਐਂਡ ਅੱਗੇ ਲਿਖਿਆ ਫॉर ਦ ਰਜਿਸਟਰ ਐਂਡ ਦੀ ਨੇਮ ਆਫ delegate register the delegation from the register shall be widely published on the local। ਮਤਲਬ ਮੰਨ ਲਓ ਕਿਸੇ ਡਾਕਟਰ ਦੀ ਹੋ ਜਾਂਦੀ ਆ ਇਹ ਸਸਪੈਂਸ਼ਨ ਹੋ ਜਾਂਦੀ ਆ, ਮੰਨ ਲਓ ਉਹ ਕਹਿੰਦਾ ਵੀ deletion from the register shall be widely published in the local press as well as in the publications of different medical association societies bodies। ਇਹ ਸਾਰਾ ਕੁਝ ਮਤਲਬ ਜਿਹੜਾ ਆ ਇਹਨਾਂ ਨੇ ਜ਼ਰੂਰੀ ਕੀਤਾ ਹੋਇਆ ਆ। ਤੇ ਇਸ ਲਈ ਕਾਨੂੰਨ ਬੜੇ ਸਖਤ ਨੇ। ਇਹ ਮੰਨਿਆ ਕਿ ਡਾਕਟਰਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈਗੀ, ਕਿਉਂਕਿ ਲੋਕਾਂ ਨੂੰ ਨੌਲੇਜ ਨਹੀਂ ਹੈਗੀ। ਲੋਕਾਂ ਨੂੰ ਨੌਲੇਜ ਹੋਏਗੀ ਇਸ ਚੀਜ਼ ਦੀ ਵੀ ਭਾਈ ਡਾਕਟਰ ਦੇ ਖਿਲਾਫ ਤਾਂ ਉਹਦੀ ਸਸਪੈਂਡ ਹੋ ਸਕਦਾ, 6 ਮਹੀਨੇ ਲਈ ਮੰਨ ਲਓ ਸਸਪੈਂਡ ਹੋ ਸਕਦਾ, ਸਾਲ ਲਈ ਸਸਪੈਂਡ ਹੋ ਸਕਦੀ ਉਹਦੀ ਸਰਵਿਸ, ਜਾਂ ਉਹਦੀ ਸਾਰੀ ਜ਼ਿੰਦਗੀ ਦੀ ਪੜ੍ਹਾਈ ਹੀ ਬੇਕਾਰ ਹੋ ਸਕਦੀ ਹੈ ਅਗਰ ਉਹ ਰੈਗੂਲਰ ਅਟੈਂਪਟ ਕਰ ਰਿਹਾ ਇੱਦਾਂ ਦਾ ਕੋਈ ਡਾਕਟਰ ਦੁਬਾਰਾ ਪ੍ਰੋਫੈਸ਼ਨਲ ਮਿਸਕੰਡਕਟ ਕਰ ਰਿਹਾ ਹੈ ਤਾਂ ਮੈਡੀਕਲ ਕਾਉਂਸਲ ਕੋਲੇ ਪਾਵਰ ਹੈ ਲਾਇਸੈਂਸ ਕੈਂਸਲ ਕਰਨ ਦੀ। ਇਹਦੇ ਕੋਲ ਰਿਪੀਟਿਡ ਕੰਪਲੇਂਟਸ ਜਾ ਰਹੀਆਂ ਨੇ ਤੇ ਹੈਪਚੁਅਲ ਹੈ ਬੰਦਾ, ਉਹ ਨਹੀਂ ਹਟਦਾ ਪਿਆ। ਤੇ ਲੋਕਾਂ ਕੋਲੇ ਬਹੁਤ ਤਾਕਤ ਹੈ ਲਿਖਣ ਦੀ ਤਾਕਤ ਦਾ ਇਸਤੇਮਾਲ ਕਰਨ। ਔਰ ਅਗਰ ਕੋਈ ਲੀਗਲ ਹੈਲਪ ਚਾਹੀਦੀ ਹੈ ਜਾਂ ਇਹਦੇ ਵਾਸਤੇ ਲਿਖਣ ਵਾਸਤੇ ਚਾਹੀਦਾ, ਮੈਂ ਆਪਣਾ ਨੰਬਰ ਆਪਣੇ ਫੇਸਬੁੱਕ ਪੇਜ ਦਾ ਆਪਣਾ ਮੋਬਾਈਲ ਨੰਬਰ ਮੈਂ ਡਿਸਪਲੇ ਕਰ ਦਿੱਤਾ। ਤੁਹਾਡੇ ਨਾਲ ਇੰਟਰਵਿਊ ਹੋਣ ਤੋਂ ਬਾਅਦ ਮੈਂ ਦੇਖਿਆ ਕਿ ਲੋਕਾਂ ਦੇ ਬਹੁਤ ਫੋਨ ਆ ਰਹੇ ਆ, ਲੋਕੀ ਨੰਬਰ ਡਿਮਾਂਡ ਕਰ ਰਹੇ ਆ, ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈਗਾ ਅੱਗੇ। ਮੈਂ ਆਪਣਾ ਮੋਬਾਈਲ ਨੰਬਰ 94 175 70000 ਮੇਰੇ ਮੋਬਾਈਲ ਦਾ ਨੰਬਰ ਹੈ, ਮੇਰੇ ਫੇਸਬੁੱਕ ਪੇਜ 'ਤੇ ਹੈ। ਤੁਸੀਂ ਫੋਨ ਕਰ ਲਓ, ਤੁਹਾਨੂੰ ਜੋ ਵੀ ਸਲਾਹ ਚਾਹੀਦੀ ਹੈ ਮੈਂ ਸਲਾਹ ਤੁਹਾਨੂੰ ਦੇ ਦਿਆਂਗਾ। ਕੰਪਲੇਂਟ ਤੁਸੀਂ ਆਪ ਕਰਨੀ ਹੈ ਇਸ ਮੈਟਰ ਦੇ ਵਿੱਚ। ਗੱਲ ਕੀਤੀ ਜਾਵੇ ਰੋਹਿਤ ਜੀ, ਤੇ ਕਿਹੜੇ ਡਾਕਟਰਾਂ ਤੇ ਇਹ ਬਹਿੰਦੀ ਹੈ ਕਿ ਜਿੱਦਾਂ ਬਾਹਰ ਜਿੱਦਾਂ ਪ੍ਰਾਈਵੇਟ ਹਸਪੀਟਲ ਵੀ ਹੁੰਦੇ ਨੇ, ਗਾਇਨੀ ਹੁੰਦੀ ਹੈ, ਬੱਚਿਆਂ ਦਾ ਵੀ ਹੁੰਦਾ ਵਾ, ਕਿ ਉਹ ਜਿੱਦਾਂ ਕਹਿੰਦੇ ਨੇ ਕਿ ਸਾਡੇ ਅੰਦਰ ਡਰੱਗ ਸਟੋਰ ਹੈਗੇ ਨੇ, ਸਾਡੇ ਅੰਦਰੋਂ ਹੀ ਜਿਹੜੀ ਮੈਡੀਸਿਨ ਹੈਗੀ ਤੁਸੀਂ ਲੈਣੀ ਹੈ। ਤੇ ਜਿੱਦਾਂ ਹੁਣ ਆਪਾਂ ਗੱਲ ਕਰੀਏ ਜਿਹਦੇ ਕੰਪਲੇਂਟ ਆਪਾਂ ਹੋਨੇਬਲ ਚੀਫ ਮਿਨਿਸਟਰ ਵੀ ਪਾ ਸਕਦੇ ਆ, ਚੀਫ ਸੈਕਟਰੀ ਵੀ ਪਾ ਸਕਦੇ ਆ, ਹੋਨੇਬਲ ਪ੍ਰਾਈਮ ਮਿਨਿਸਟਰ ਵੀ ਪਾ ਸਕਦੇ ਆ, ਕਿ ਇਹ ਸਾਰਿਆਂ ਨੂੰ ਆਪਾਂ ਕੰਪਲੇਂਟ ਜਿਹੜੀ ਪਾਵਾਂਗੇ ਤੇ ਉਹ ਤਹਿਤ ਕੀ ਕਾਰਵਾਈ ਹੋਊਗੀ ਇਹਨਾਂ ਦੇ ਉੱਤੇ? ਦੇਖੋ ਜੀ, ਜੇ ਕੰਪਲੇਂਟ ਕਰਨੀ ਹੈ ਤਾਂ ਆ ਮੈਂ ਦਿਖਾ ਰਿਹਾ ਜੀ ਤੁਹਾਨੂੰ, ਜਿਨ੍ਹਾਂ ਨੂੰ ਤੁਸੀਂ ਕੰਪਲੇਂਟ ਸਾਰਿਆਂ ਨੂੰ ਭੇਜਣੀ ਹੈ ਜਾਂ ਭੇਜ ਸਕਦੇ ਹੋ। ਇੱਕ ਜਾਣੇ ਨੂੰ ਕੰਪਲੇਂਟ ਭੇਜ ਦਿਓ, ਮੰਨ ਲਓ ਤੁਸੀਂ ਚੀਫ ਮਿਨਿਸਟਰ ਨੂੰ ਕੰਪਲੇਂਟ ਭੇਜ ਦਿੱਤੀ ਔਰ ਬਾਕੀਆਂ ਨੂੰ ਤੁਸੀਂ ਕਾਪੀਆਂ ਕਰ ਦਿਓ। ਇਹ ਸਾਰੀਆਂ 10 ਜਣਿਆਂ ਨੂੰ ਮੈਂ ਹੁਣ ਰੀਸੈਂਟਲੀ ਇੱਕ ਕੰਪਲੇਂਟ ਕੀਤੀ, ਮੈਂ 10 ਅਥਾਰਟੀਆਂ ਨੂੰ ਦੋ ਜਣਿਆਂ ਨੂੰ ਉੱਪਰ ਐਡਰੈਸ ਕਰਕੇ ਬਾਕੀ 8 ਜਣਿਆਂ ਨੂੰ ਕਾਪੀ ਭੇਜੀ। ਇਸ ਤੋਂ ਬਾਅਦ ਤੁਸੀਂ ਆਪਣਾ ਇੱਕ ਰਿਮਾਈਂਡਰ ਭੇਜਣਾ ਹੈ। ਰਿਮਾਈਂਡਰ ਭੇਜਣ ਤੋਂ ਬਾਅਦ ਤੁਸੀਂ ਆਪਣਾ RTI ਲਗਾ ਕੇ ਐਕਸ਼ਨ ਪੁੱਛਣਾ ਵੀ ਮੇਰੀ ਕੰਪਲੇਂਟ ਪਰ ਜੋ ਵੀ ਕਾਰਵਾਈ ਕੀਤੀ ਗਈ ਹੈ, ਉਹਦੀ ਜੋ ਵੀ ਇਨਫੋਰਮੇਸ਼ਨ ਜਨਰੇਟ ਹੋਈ ਹੈ, ਜੋ ਵੀ ਐਕਸ਼ਨ ਹੋਇਆ, ਮੈਨੂੰ ਉਹਦੇ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ। ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜਾ ਹੈ, ਪੰਜਾਬ ਮੈਡੀਕਲ ਕਾਉਂਸਲ, ਦੋਨੋਂ RTI ਐਕਟ ਦੇ ਐਂਬਿਟ 'ਚ ਆਉਂਦੇ ਨੇ। ਪਹਿਲੀ ਗੱਲ, ਬੜੇ ਲੋਕਾਂ ਨੂੰ ਭੁਲੇਖਾ ਵੀ RTI ਐਕਟ ਦੇ ਐਂਬਿਟ 'ਚ ਨਹੀਂ ਆਉਂਦੇ। ਬਿਲਕੁਲ ਤੁਸੀਂ ਅਗਰ ਕੋਈ ਕੰਪਲੇਂਟ ਕਰਦੇ ਹੋ ਪੰਜਾਬ ਮੈਡੀਕਲ ਕਾਉਂਸਲ ਔਰ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਵਿੱਚ, ਤਾਂ ਤੁਹਾਨੂੰ ਉਹਨਾਂ ਨੇ ਵੈਸੇ ਤਾਂ ਜਵਾਬ ਦੇਣਾ ਹੀ ਹੈ ਐਜ਼ ਤੁਸੀਂ ਕੰਪਲੇਂਟ ਫਾਈਲ ਕਰਦੇ ਹੋ, ਲੇਕਿਨ ਉਹ RTI ਐਕਟ ਦੇ ਐਂਬਿਟ 'ਚ ਆਉਣ ਕਰਕੇ ਵੈਸੇ ਵੀ ਉਹ ਮਤਲਬ ਲੀਗਲੀ ਬਾਉਂਡ ਨੇ ਤੁਹਾਡੀ RTI ਐਪਲੀਕੇਸ਼ਨ ਦਾ ਜਵਾਬ ਦੇਣ ਦੇ ਲਈ।
6 ਮਹੀਨਿਆਂ ਦੇ ਵਿੱਚ ਇਹਨਾਂ ਨੇ ਐਸ ਪਰ ਜੋ ਇਹਨਾਂ ਦੇ ਰੂਲਸ ਹੈਗੇ ਡਿਸਾਈਡ ਕਰਨੀ ਹੈਗੀ ਕੰਪਲੇਂਟ। ਅਗਰ ਨਹੀਂ ਕਰਦੇ 6 ਮਹੀਨਿਆਂ 'ਚ ਤਾਂ ਉਹ ਆਪ ਇਹਦੇ ਵਿੱਚ ਗੁਨਾਹਗਾਰ ਸਾਬਤ ਹੋ ਜਾਂਦੀ ਹੈ। ਜਿਹੜੀ ਇਹਨਾਂ ਦੀ ਟੀਮ ਹੈਗੀ ਉਹ ਆਪ ਗੁਨਾਹਗਾਰ ਸਾਬਤ ਹੋ ਜਾਂਦੀ ਇਨਕੁਆਇਰੀ ਆਫੀਸਰ। ਕਾਰਵਾਈ ਹੋਊਗੀ ਜੋ 6 ਮਹੀਨਿਆਂ ਬਾਅਦ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਫਿਰ ਉਹ ਗੁਨਾਹਗਾਰ ਤਾਂ ਸਾਬਤ ਹੋਗੀ, ਤੇ ਕਾਰਵਾਈ ਕਿੱਦਾਂ ਹੋਊਗੀ? ਕਿਸ ਤਰ੍ਹਾਂ ਜੀ? ਮੈਂ ਸਮਝਿਆ। ਜਿਹਦਾ 6 ਮਹੀਨੇ ਤੁਸੀਂ ਕਹਿਤਾ ਜਵਾਬ ਦੇਣ ਦੇ ਪ੍ਰਬੰਧ ਹੁੰਦੇ, ਜਵਾਬ ਦੇਣਾ 6 ਮਹੀਨੇ 'ਚ ਇਹਨਾਂ ਦਾ ਬੰਦਾ। ਅਗਰ 6 ਮਹੀਨੇ ਤੱਕ ਆਰਟੀਆਈ ਦਾ ਜਵਾਬ ਨਹੀਂ ਦਿੰਦੇ, ਉਸ ਤੋਂ ਬਾਅਦ ਕਿੱਦਾਂ ਨੂੰ? ਇਸ ਤਰ੍ਹਾਂ ਨਹੀਂ ਹੈਗਾ। ਜਿਹੜੀ ਮੰਨ ਲਓ ਮੈਨੂੰ ਕਿਸੇ ਡਾਕਟਰ ਨੇ ਤੰਗ ਕੀਤਾ, ਮੈਨੂੰ ਮੈਡੀਸਨ ਉਹਨੇ ਜੈਨਰਿਕ ਨਹੀਂ ਲਿਖ ਕੇ ਦਿੱਤੀ, ਮੈਂ ਉਹਦੀ ਸ਼ਿਕਾਇਤ ਦੇ ਦਿੱਤੀ, ਉਹ ਕੰਪਲੇਂਟ 6 ਮਹੀਨਿਆਂ ਦੇ ਵਿੱਚ ਡਿਸਾਈਡ ਹੋਣੀ ਆ। ਜਿਹੜਾ ਆਰਟੀਆਈ ਦਾ ਜਵਾਬ ਤਾਂ ਉਹਨਾਂ ਨੇ 30 ਦਿਨਾਂ 'ਚ ਹੀ ਦੇਣਾ ਆ। ਜੋ ਪ੍ਰੋਸੀਜਰ ਹੈਗਾ 30 ਦਿਨਾਂ 'ਚ ਨਹੀਂ ਆਉਂਦਾ ਤਾਂ ਅਪੀਲ ਜਾਂਦੀ ਆ, ਦੈਨ ਸੈਕੰਡ ਅਪੀਲ ਜਾਂਦੀ, ਉਹ ਪ੍ਰੋਸੀਜਰ ਤਾਂ ਉਹੀ ਰਹੇਗਾ। ਲੇਕਿਨ ਇਹਨਾਂ ਨੇ ਜਿਹੜਾ ਕੰਪਲੇਂਟ ਕਰਦੇ ਆਪਾਂ ਕਿਸੇ ਡਾਕਟਰ ਦੇ, ਮੰਨ ਲਓ ਕੋਈ ਹੁਣ ਡਰੱਗ ਸਟੋਰ ਹੈ, ਡਰੱਗ ਸਟੋਰ ਹਸਪੀਟਲ ਦੇ ਅੰਦਰ ਆ, ਹੁਣ ਡਰੱਗ ਸਟੋਰ ਵਾਲਿਆਂ ਨੇ ਕੀ ਕਰਦੇ ਆ, ਲੱਖਾਂ ਰੁਪਈਆ ਇਹ ਡਾਕਟਰਾਂ ਨੂੰ ਅੰਦਰ ਦਿੰਦੇ ਆ ਕਿ ਵੀ ਸਾਨੂੰ ਅੰਦਰ ਡਰੱਗ ਸਟੋਰ ਚਲਾਉਣ ਦਿਓ। ਉਹਦੇ ਇਵਜ਼ ਦੇ ਵਿੱਚ ਕੋਈ 5 ਲੱਖ ਰੁਪਇਆ ਮਹੀਨਾ ਦੇ ਰਿਹਾ, ਕੋਈ 7 ਲੱਖ ਰੁਪਇਆ ਮਹੀਨਾ ਦੇ ਰਿਹਾ। ਅਕਸਰ ਇਹ ਪੈਸਾ ਕਿੱਥੋਂ ਪੂਰਾ ਹੋ ਰਿਹਾ? ਇਹ ਪੈਸਾ ਸਾਡੀ ਜੇਬ 'ਚ ਪੂਰਾ ਹੋ ਰਿਹਾ, ਪਬਲਿਕ ਦੀ ਜੇਬ 'ਚ ਪੂਰਾ ਹੋ ਰਿਹਾ ਪੈਸਾ। ਇਹ ਪੈਸਾ ਲੈਣ ਤੋਂ ਬਾਅਦ ਇਹ ਉਹਨਾਂ ਨੂੰ ਡਰੱਗ ਸਟੋਰ ਅਲਾਓ ਕਰਦੇ ਆ ਚਲਾਉਣ ਦੇ ਲਈ, ਔਰ ਉੱਥੇ ਮਨਮਰਜ਼ੀ ਦੇ ਜਿਹੜੇ ਰੇਟ ਹੁੰਦੇ ਨੇ ਦਵਾਈਆਂ ਤੇ, ਜਿਹਨੂੰ ਵੀ ਪਤਾ ਕਿਸੇ ਕੰਪਨੀ ਕੋਲੋਂ ਲਵਾ ਲਓ, ਕਰ ਲਓ, ਜੋ ਮਰਜ਼ੀ ਕਰ ਲਓ। ਅੱਜ ਕੱਲ੍ਹ ਤਾਂ ਜ਼ਮਾਨਾ ਇੱਦਾਂ ਦਾ, ਲਵਾ ਕੇ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਦਵਾਈ ਵੇਚੀ ਜਾਂਦੀ ਆ। ਗੱਲ ਉਹੀ ਹੋ ਗਈ ਕਿ ਮਤਲਬ ਜੈਨਰਿਕ ਦੇ ਵਿੱਚ ਤੇ ਐਥੀਕਲ ਦੇ ਵਿੱਚ ਫਰਕ ਨਹੀਂ ਦੱਸਣਾ ਹੁੰਦਾ, ਇਸ ਕਰਕੇ ਜਨਰਲ ਸਟੋਰ ਜਿਹੜੇ ਹੈਗੇ ਨੇ ਅੰਦਰ ਆਪਣੀ ਮਰਜ਼ੀ ਨਾਲ ਦਵਾਈਆਂ ਵੇਚੀਆਂ ਜਾਂਦੀਆਂ। ਜਦੋਂ ਗੱਲ ਇਹ ਹੈ, ਗੱਲ ਤੁਹਾਡੀ ਇਹੀ ਹੈ ਵੀ ਜੈਨਰਿਕ ਔਰ ਐਥੀਕਲ 'ਚ ਫਰਕ ਨਹੀਂ ਦੱਸਣਾ, ਔਰ ਦਵਾਈ ਇਦਾਂ ਦੀ ਲਿਖ ਦੇਣੀ ਹੈ ਕਿ ਸਾਡੇ ਹੀ ਹਸਪਤਾਲ 'ਚੋਂ ਮਿਲੇ। ਬਾਹਰ ਨਾ ਤੁਸੀਂ 2 ਕਿਲੋਮੀਟਰ ਤੇ ਕੈਮਿਸਟ ਕੋਲੋਂ ਚਲ ਜਾਓ, ਤੁਹਾਨੂੰ ਉਹ ਦਵਾਈ ਨਹੀਂ ਮਿਲਣੀ, ਉਹਦੇ ਇਸੇ ਜਗ੍ਹਾ ਤੋਂ ਹੀ ਮਿਲਣੀ, ਕਿਉਂਕਿ ਕੰਪਨੀ ਜਿਹੜੀ ਆ ਉਹ ਕੰਪਨੀ ਦੀ ਦਵਾਈ ਉਹਨਾਂ ਨੇ ਪਰਟੀਕੂਲਰ ਆਪਣੀ ਹਸਪੀਟਲ 'ਚ ਰੱਖਣੀ ਹੈ, ਕਿਸੇ ਦੂਜੇ ਕੈਮਿਸਟ ਕੋਲੇ ਮਿਲਣੀ ਨਹੀਂ ਹੈਗੀ ਚੀਜ਼ ਇੱਦਾਂ ਦੀ ਬਣਾ ਲੈਣੀ ਕਿ ਜਿੱਦਾਂ ਆਪਣੀ ਫਾਰਮੇਸੀ ਹੈਗੀ, ਆਪਣੀ ਫਾਰਮੇਸੀ ਦਵਾਈ ਜਿਹੜੀ ਹੈਗੀ ਉਹੀ ਰੱਖਣੀ। ਹਾਂਜੀ, ਮੰਨ ਲਓ ਕੋਈ ABCD ਨਾਮ ਦੀ ਕੋਈ ਕੰਪਨੀ ਬਣਾ ਲਈ, ਉਹ ਕੰਪਨੀ ਤੋਂ ਆਪਾਂ ਮੈਨੂਫੈਕਚਰਿੰਗ ਕਰਾ ਲਈ, ਮੈਨੂਫੈਕਚਰਿੰਗ ਕਰਾ ਕੇ ਆਪਾਂ ਆਪਣੇ ਡਰੱਗ ਸਟੋਰ ਦੇ ਵਿੱਚ ਹਸਪੀਟਲ ਵਾਲਿਆਂ ਨੇ ਰੱਖਣੀ ਸ਼ੁਰੂ ਕਰ ਦਿੱਤੀ। ਉਹ ABCD ਕੰਪਨੀ ਦੀ ਦਵਾਈ ਤੁਹਾਨੂੰ ਕਿਸੇ ਹੋਰ ਡਰੱਗ ਸਟੋਰ ਤੋਂ ਨਹੀਂ ਮਿਲੇਗੀ। ਤੁਹਾਨੂੰ ਘੁੰਮ ਫਿਰ ਕੇ ਡਾਕਟਰ ਨੇ ਕਹਿਣਾ ਵੀ ਸਰ ਮੈਨੂੰ ਤਾਂ ਇਹੀ ਦਵਾਈ ਚਾਹੀਦੀ ਆ, ਜਿਹੜੀ ABCD ਲਿਖੀ ਆ। ਉਹ ਬਈ ਕਿਉਂ ਚਾਹੀਦੀ ਆ? ਤੁਸੀਂ ਜੈਨਰਿਕ ਨਾਮ ਲਿਖੋ, ਤੁਸੀਂ ਸਾਲਟ ਦਾ ਨਾਮ ਲਿਖੋ, ਬੰਦਾ ਆਪੇ ਜਾਊਗਾ ਬਾਜ਼ਾਰੋਂ, ਜਿੱਥੋਂ ਚਾਹੀਦਾ ਉਹਨੂੰ ਲੈ ਆਊਗਾ। ਤੁਸੀਂ ਤਾਂ ਪਹਿਲੀ ਗੱਲ ਤਾਂ ਤੁਸੀਂ ਸਾਲਟ ਸਪੈਸੀਫਿਕ ਕੰਪਨੀ ਦੀ ਦਵਾਈ ਨਹੀਂ ਲਿਖ ਸਕਦੇ, ਤੁਸੀਂ ਜੈਨਰਿਕ ਮੈਡੀਸਨ ਲਿਖਣੀ ਸਭ ਤੋਂ ਪਹਿਲਾਂ। ਦੂਜੀ ਗੱਲ ਇਹ ਹੈ, ਜੇ ਜੈਨਰਿਕ ਮੈਡੀਸਨ ਲਿਖੀ ਹੈ ਤਾਂ ਹਸਪੀਟਲ ਅੰਦਰੋਂ ਲੈਣ ਦੇ ਲਈ ਮਜਬੂਰ ਹੀ ਨਹੀਂ ਕਰ ਸਕਦਾ। ਜਦੋਂ ਮੈਂ ਸਰਕੂਲਰ ਦਿਖਾਤਾ ਤੁਹਾਨੂੰ ਆਹ ਵੀ ਇਹਨਾਂ ਨੇ ਆਪ ਹੀ ਪੰਜਾਬ ਮੈਡੀਕਲ ਕਾਉਂਸਲ ਨੇ ਕਿਹਾ ਹੋਇਆ ਆ ਲਿਖ ਕੇ, ਫਿਰ ਤਾਂ ਇਹ ਗੁਨਾਹਗਾਰ ਨੇ ਨਾ ਇਸ ਗੱਲ ਦੇ, ਫਿਰ ਕਿੱਦਾਂ ਬਚ ਜਾਣਗੇ ਇਹ? ਫਿਰ ਇਹ ਸਰਕੂਲਰ ਦਾ ਰੈਫਰੈਂਸ ਦੇ ਕੇ ਕੰਪਲੇਂਟ ਕਰ ਸਕਦੇ ਆ ਆਪਾਂ, ਕੋਈ ਗੱਲ ਨਹੀਂ ਹੈਗੀ ਇਹਨਾਂ ਦੀ। ਫਿਰ ਵੀ ਕਿਉਂ ਚੱਲਦਾ ਕੰਮ ਹਜੇ ਵੀ? ਜਦੋਂ ਇੱਕ ਸਰਕੂਲਰ ਹੈਗਾ ਤਾਂ ਉਸ ਤੋਂ ਬਾਅਦ ਵੀ ਚੱਲਣਾ ਕਿਤੇ ਨਾ ਕਿਤੇ। ਫਿਰ ਕੀ ਲੋਕਾਂ ਨੂੰ ਸਰੇਆਮ ਚੂਨਾ ਲਗਾਉਣਾ ਹੈਗਾ ਕਿ ਲੋਕਾਂ ਨੂੰ ਮਤਲਬ ਕੁਝ ਸਮਝਣਾ ਨਹੀਂਗਾ ਕਿ ਰਾਜਨੀਤਿਕ ਸੰਰਕਸ਼ਣ ਹੈਗਾ ਨਾ ਪਿੱਛੇ ਆ ਗੱਲ ਕੀਤੀ ਜਾਵੇ? ਦੇਖੋ ਜੀ, ਮੇਰੇ ਹੱਥ ਸਿਸਟਮ ਦੇ ਦਿਓ, 24 ਘੰਟਿਆਂ 'ਚ ਸੁਧਾਰ ਦੂੰਗਾ। ਇਹ ਤਾਂ ਹੁਣ ਜਿਹੜੇ ਸਾਡੇ ਸਿਹਤ ਮੰਤਰੀ ਨੇ, ਜਿਹੜੇ ਸੈਕਟਰੀ ਹੈਲਥ ਨੇ, ਜਾਂ ਜਿਹੜੇ ਡਾਇਰੈਕਟਰ ਹੈਲਥ ਨੇ, ਜੇ ਹੁਣ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਤੇ ਪਬਲਿਕ ਕੀ ਕਰ ਸਕਦੀ ਆ? ਪਬਲਿਕ ਤਾਂ ਵੋਟਾਂ ਵੇਲੇ ਆਪਣਾ ਗੁੱਸਾ ਕੱਢ ਸਕਦੀ ਆ। 24 ਘੰਟਿਆਂ ਦੇ ਵਿੱਚ ਸਿਸਟਮ ਸੁਧਰ ਸਕਦਾ। 5-7 ਡਾਕਟਰਾਂ ਦੇ ਲਾਇਸੈਂਸ ਭੜਕਾਏ ਹੋਣਗੇ ਨਾ, ਕਿਸੇ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਕਿ ਉਹ ਦਵਾਈ ਤੁਹਾਨੂੰ ਲਿਖ ਦੇਗਾ ਵੀ ਮੈਂ ਜੈਨਰਿਕ ਨਹੀਂ ਲਿਖਣੀ ਤੇ ਮੈਂ ਦੂਜੀ ਲਿਖਣੀ ਆ, ਕਿਸੇ ਦੀ ਜ਼ਰੂਰਤ ਨਹੀਂ। ਲੋਕੀ ਸੀਟ ਬੈਲਟ ਲਾਉਣ ਲੱਗ ਪਏ ਨਾ, ਲੋਕੀ ਮਾਸਕ ਲਾਉਣ ਲੱਗ ਪਏ ਨਾ, ਇਹ ਵੀ ਬੰਦੇ ਦੇ ਪੁੱਤ ਬਣ ਜਾਣਗੇ। ਥੋੜਾ ਜਿਹਾ ਬਣਾਉਣ ਵਾਲਾ ਚਾਹੀਦਾ ਇਹਨਾਂ ਨੂੰ। ਨਹੀਂ, ਗੱਲ ਕੀਤੀ ਜਾਵੇ ਰੋਹਿਤ ਜੀ, ਜਿੱਦਾਂ ਹੁਣ ਕਈ ਤੁਸੀਂ ਵੀ ਦੇਖਦੇ ਹੋਗੇ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੁੰਦੀਆਂ ਕਿ ਇਲਾਜ ਦੌਰਾਨ ਪੈਸੇ ਨਹੀਂ ਹੈਗੇ, ਕਈ NGO ਅੱਗੇ ਖੜੀਆਂ ਹੁੰਦੀਆਂ ਵਾ ਕਿ ਅਸੀਂ ਤੁਹਾਨੂੰ ਫੰਡਿੰਗ ਜਿਹੜੀ ਹੈਗੀ ਦਿੰਦੇ ਆ, ਲੇਕਿਨ NGO ਨੂੰ ਖੜਾ ਹੋਣ ਦੀ ਕੀ ਜ਼ਰੂਰਤ ਹੁੰਦੀ? ਜੋ ਡਾਕਟਰ ਹੀ ਜਿਹੜੇ ਹੈਗੇ ਨੇ ਇਹਨਾਂ ਨਾਲ ਥੋੜਾ ਟਾਈ ਅਪ ਕਰਨ ਤੇ ਲੋਕਾਂ ਨੂੰ ਜਿਹੜਾ ਇਲਾਜ ਸਸਤਾ ਮੁਹੱਈਆ ਕਰਾਵੇ। ਸਰਕਾਰ ਕਿਸ ਵਾਸਤੇ ਬੈਠੀ ਹੈ? ਕਿਉਂ ਨਹੀਂ NGO ਕਿਉਂ ਅੱਗੇ ਆਉਂਦੀਆਂ? ਕਿਉਂ ਨਹੀਂ ਲੋਕਾਂ ਦਾ ਸਸਤਾ ਉਪਚਾਰ ਹੁੰਦਾ ਇਸ ਸਮੇਂ? ਇਸ ਤਰ੍ਹਾਂ ਜੀ ਕਿ ਹਸਪੀਟਲ ਵਾਲਿਆਂ ਦਾ ਦੇਖੋ, ਕੁਛ ਇੱਕ ਤਾਂ NGO ਕੰਮ ਠੀਕ ਕਰ ਰਹੀਆਂ। ਮੈਂ NGO ਦੀ ਵਰਕਿੰਗ ਤੇ ਕੁਐਸਚਨ ਨਹੀਂ ਕਰਨਾ ਚਾਹੁੰਦਾ। ਕੁਛ ਇੱਕ NGOs ਦਾ ਕੰਮ ਖਰਾਬ ਹੈਗਾ ਇਸ ਮੈਟਰ ਦੇ ਵਿੱਚ। ਉਹ ਕੁਛ ਇੱਕ NGOs, ਮੈਂ ਸਾਰੀਆਂ ਨਹੀਂ ਕਹਿੰਦਾ ਵੀ ਫਿਰ ਗੁੱਸਾ ਕਰਦੇ ਨੇ, ਕਿ ਉਹ ਕੁਛ ਇੱਕ NGOs ਨੇ ਤਾਂ ਧੰਦਾ ਹੀ ਬਣਾਇਆ ਹੋਇਆ ਇਸ ਪ੍ਰੋਫੈਸ਼ਨ ਨੂੰ, ਜਿਹੜਾ ਕੰਮ ਨੂੰ ਪ੍ਰੋਫੈਸ਼ਨ ਬਣਾਇਆ ਹੋਇਆ ਆਪਣਾ। ਹੁਣ ਉਹ ਕੀ ਕਰਦੇ ਨੇ, ਡਾਕਟਰ ਕੋਲੇ ਪੇਸ਼ੈਂਟ ਜਾਂਦਾ ਆ, ਉਹਦਾ ਮੰਨ ਲਓ ਲੱਖ ਰੁਪਈਆ ਬਿੱਲ ਬਣਨਾ, ਉਹ ਪਹਿਲਾਂ ਹੀ 2 ਲੱਖ ਰੁਪਈਆ ਬਣਾ ਕੇ ਦੱਸਦਾ, ਲੱਖ ਰੁਪਈਆ ਡਿਸਕਾਊਂਟ ਕਰਾ, ਮਤਲਬ ਬਹੁਤ ਕੁਛ ਚੱਲਦਾ ਆ। ਔਰ ਦੂਸਰੀ ਗੱਲ ਇਹ ਹੈਗੀ ਆ ਕਿ NGOs ਜਿਹੜੀਆਂ ਨੇ ਉਹ ਹੈਲਪ ਕਰਦੀਆਂ ਨੇ। ਕਈ NGOs ਜਿਹੜੀਆਂ ਜੈਨੂਨ ਕੰਮ ਕਰਦੀਆਂ ਨੇ, ਉਹ ਕੋਲੋਂ ਹੈਲਪ ਕਰਦੀਆਂ ਨੇ, ਲੋਕਾਂ ਕੋਲੋਂ ਹੈਲਪ ਲੈ ਕੇ ਦਿੰਦੀਆਂ ਨੇ। ਲੇਕਿਨ ਸਵਾਲ ਇਹ ਹੈ ਕਿ ਜਦੋਂ ਦਵਾਈ ਦਾ ਮੰਨ ਲਓ ਬਿੱਲ ਬਣਿਆ 50,000 ਰੁਪਈਆ, ਜਦੋਂ ਦਵਾਈ 12,000 ਦੀ ਸੀਗੀ ਤੇ ਫਿਰ 50,000 ਚੋਂ ਤੁਸੀਂ ਕੀ ਲੈਸ ਕਰਾ ਲਓਗੇ? ਕੀ ਕਰੋਗੇ ਤੁਸੀਂ? ਕਿੱਥੇ ਤੱਕ ਜਾਓਗੇ ਇਹਨਾਂ ਦੇ ਨਾਲ? ਮਤਲਬ ਕਿਹਾ ਜਾਂਦਾ ਗਰੀਬ ਨਾਲ ਹਮੇਸ਼ਾ, ਗਰੀਬ ਦੀ ਗੱਲ ਕਰਾਂ, ਮੱਧ ਵਰਗ ਦੀ ਗੱਲ ਕਰਾਂ, ਧੱਕਾ ਲੈ ਗਿਆ ਉਹਨਾਂ ਦੇ ਨਸੀਬਾਂ 'ਚ ਲਿਖਿਆ ਹੋਇਆ।
ਹਰ ਇੱਕ ਨਾਲ ਜੀ, ਜਿਹੜਾ ਰਿਕਸ਼ਾ ਚਲਾ ਰਿਹਾ ਉਹਦੇ ਨਾਲ ਵੀ ਧੱਕਾ ਹੋ ਰਿਹਾ, ਜਿਹੜਾ ਮਰਸੀਡੀਜ਼ ਚਲਾ ਰਿਹਾ ਉਹਦੇ ਨਾਲ ਵੀ ਧੱਕਾ ਹੋ ਰਿਹਾ। ਸਵਾਲ ਧੱਕੇ ਦਾ ਇਹ ਹੈ ਕਿ ਜਿਹਦੇ ਨਾਲ ਵੀ ਧੱਕਾ ਹੋ ਰਿਹਾ ਉਹ ਭਾਰਤ ਦਾ ਨਾਗਰਿਕ ਹੈ ਸਭ ਤੋਂ ਪਹਿਲਾਂ, ਲੇਕਿਨ ਉਹ ਜਿਹੜਾ ਮਰਸੀਡੀਜ਼ ਚਲਾ ਰਿਹਾ ਉਹ ਅਫੋਰਡ ਕਰ ਸਕਦਾ, ਜਿਹੜਾ ਰਿਕਸ਼ੇ ਵਾਲਾ ਹੈ, ਜਿਹੜਾ ਸਕੂਟਰ ਵਾਲਾ ਹੈ, ਜਿਹੜਾ ਮਿਡਲ ਕਲਾਸ ਬੰਦਾ ਅਫੋਰਡ ਨਹੀਂ ਕਰ ਸਕਦਾ, ਉਹਨੂੰ ਤਕਲੀਫ ਨਹੀਂ ਹੁੰਦੀ। ਜਿਹੜਾ ਜਿਹਦੇ ਕੋਲ ਪੈਸੇ ਚਾਰ ਹੈਗੇ ਉਹ ਕਹਿੰਦਾ ਚਲੋ ਕੋਈ ਨਹੀਂ, ਮੇਰੇ ਖਰਚੇ ਵੀ ਗਏ, ਕੋਈ ਗੱਲ ਨਹੀਂ, ਕਿਤੇ ਹੋਰ ਖਰਚ ਲੂਗਾ। ਅਤੇ ਇਸ ਵਾਸਤੇ ਇਹ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਿ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ, ਬਹੁਤ ਜ਼ਿਆਦਾ ਸਖਤੀ ਕਰਨੀ ਚਾਹੀਦੀ ਹੈ, ਤਾਂ ਕਿ ਇਹਨਾਂ ਡਾਕਟਰਾਂ ਨੂੰ ਜਿਹੜੇ ਜਿਨ੍ਹਾਂ ਨੇ ਇਹ ਬਿਲਕੁਲ ਧੰਦਾ ਬਣਾਇਆ ਹੋਇਆ ਆ, ਮੇਰੇ ਖਿਆਲ ਨਾਲ 10-15% ਡਾਕਟਰ ਹੀ ਠੀਕ ਹੋਣਗੇ, ਮੈਨੂੰ ਜੋ ਮੇਰਾ ਆਈਡੀਆ ਹੈਗਾ, ਬਾਕੀ ਤਾਂ ਸਾਰੇ ਇੱਦਾਂ ਦੇ ਹੀ ਨੇ ਇਹ। ਅਤੇ ਇਹਨਾਂ ਨੂੰ ਮਤਲਬ ਇਹਨਾਂ ਦੀਆਂ ਰਸੀਦਾਂ ਜਿਹੜੀਆਂ, ਮੈਨੂੰ ਅੱਜ ਵੀ ਫੋਨ ਆਇਆ ਕਿ ਲੁਧਿਆਣੇ ਕੋਈ ਚੈਰੀਟੇਬਲ ਹੌਸਪੀਟਲ ਹੈ, ਚੈਰੀਟੇਬਲ ਹੌਸਪੀਟਲ ਵਾਲੇ ਇਸ ਪ੍ਰੈਕਟਿਸ 'ਚ ਪਏ ਆ ਜਿਨ੍ਹਾਂ ਦਾ ਕੰਮ ਚੈਰਿਟੀ ਕਰਨਾ, ਉਹ ਇਸ ਕੰਮ 'ਚ ਪਏ ਹੋਏ ਆ ਵੀ ਸਾਡੇ ਡਰੱਗ ਸਟੋਰ ਦੇ ਅੰਦਰੋਂ ਦਵਾਈ ਲਓ। ਉਹ ਕਿਉਂਕਿ ਉਹਨਾਂ ਨੇ ਡਰੱਗ ਸਟੋਰ ਤੋਂ ਅੰਦਰੋਂ ਪੈਸੇ ਲੈਣੇ ਹੈਗੇ, ਫਿਰ ਚੈਰਿਟੀ ਕਾਹਦੀ ਕਰਦੇ ਪਏ ਹੋ ਤੁਸੀਂ? ਸੱਭਰਵਾਲ ਜੀ, ਕਿੰਨੇ ਕੁ ਹੌਸਪੀਟਲਾਂ ਦੇ ਡਾਕਟਰਾਂ ਦਾ ਮੈਂ ਗੱਲ ਕਰਾਂ ਲਾਇਸੈਂਸ ਕੈਂਸਲ ਹੋਇਆ, ਤੁਸੀਂ ਹਜੇ ਕਦੀ ਆਰਟੀ ਪਾ ਕੇ ਦੇਖੀ ਹੈ ਕਿ ਕਿੰਨੇ ਕੁ ਡਾਕਟਰਾਂ ਨੇ ਉਸ ਲੋਕਾਂ ਨਾਲ ਮਨਮਰਜ਼ੀ ਕੀਤੀ ਹੈ, ਉਸ ਲੋਕਾਂ ਦੀ ਜੇਬ ਕੁਤਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਸੀਗੇ? ਇੱਕ RTI ਤਾਂ ਮੈਂ ਸੰਨ 2017 'ਚ ਪਾਈ ਸੀ, ਉਦੋਂ ਤਾਂ ਇਹ ਸਰਕੂਲਰ ਆਏ ਨੂੰ ਤਕਰੀਬਨ 4-6 ਮਹੀਨੇ ਹੋਏ ਸੀ। 2017-18 ਦੇ ਵਿੱਚ ਮੈਨੂੰ ਜਵਾਬ ਆਇਆ, ਉਦੋਂ ਤਾਂ ਇਹਨਾਂ ਨੇ ਕੋਈ ਕਿਸੇ ਡਾਕਟਰ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ, ਇਹਨਾਂ ਕੋਲ ਕੋਈ ਕੰਪਲੇਂਟ ਹੀ ਨਹੀਂ ਆਈ। ਦੂਜੀ ਐਪਲੀਕੇਸ਼ਨ ਮੈਂ 5-7 ਦਿਨ ਪਹਿਲਾਂ ਪਾਈ ਆ, ਅੱਜ ਮੈਨੂੰ 5-7 ਦਿਨ ਹੋਏ ਐਪਲੀਕੇਸ਼ਨ ਪਾਈ ਨੂੰ, ਇਨਫੋਰਮੇਸ਼ਨ ਆਊਗੀ, ਮੈਂ ਜ਼ਰੂਰ ਸਾਂਝੀ ਕਰੂੰਗਾ ਕਿ ਹੁਣ ਤੁਸੀਂ ਦੋ ਤਰ੍ਹਾਂ ਦੀ ਐਪਲੀਕੇਸ਼ਨ ਪਾਈ ਹੈ। ਇੱਕ ਮੈਂ ਪੰਜਾਬ ਮੈਡੀਕਲ ਕੌਂਸਲ ਨੂੰ ਪਾਈ ਹੈ, ਇੱਕ ਲੁਧਿਆਣਾ ਸਿਵਲ ਸਰਜਨ ਨੂੰ ਪਾਈ ਹੈ, ਵੀ ਤੁਸੀਂ ਕਿੰਨੇ ਡਾਕਟਰਸ ਦੇ ਅਗੇਂਸਟ ਕਾਰਵਾਈ, ਕਿੰਨੀਆਂ ਤੁਹਾਡੇ ਕੋਲ ਕੰਪਲੇਂਟਾਂ ਆਈਆਂ, ਕਿੰਨੇ ਡਾਕਟਰਸ ਦੇ ਅਗੇਂਸਟ ਤੁਸੀਂ ਕਾਰਵਾਈ ਕੀਤੀ, ਕਿੰਨਿਆਂ ਦੇ ਅਗੇਂਸਟ ਪੈਂਡਿੰਗ ਆ, ਉਹ ਸਾਰਾ ਡਾਟਾ ਇਹਨਾਂ ਕੋਲੋਂ ਮੰਗਿਆ ਹੋਇਆ। ਔਰ ਜੇ ਮੰਨ ਲਓ ਲੋਕਾਂ ਨੇ ਸ਼ਿਕਾਇਤ ਹੀ ਨਹੀਂ ਕੀਤੀ ਹੋਏਗੀ, ਜੇ ਫਿਰ ਤਾਂ ਕਸੂਰ ਸਾਡਾ ਹੀ ਆ, ਫਿਰ ਤਾਂ ਅਸੀਂ ਕਹਾਂਗੇ ਵੀ ਸਾਡਾ ਕਸੂਰ ਆ। ਜੇ ਸ਼ਿਕਾਇਤ ਕੀਤੀ ਹੋਏਗੀ, ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹੋਊਗੀ, ਫਿਰ ਬਿਲਕੁਲ ਜੁੱਤੀਆਂ ਵੀ ਮਾਰਾਂਗੇ ਇਹਨਾਂ ਦੇ ਅਫਸਰ ਜਿਹੜੇ ਸੁਣ ਲੈਣ, ਜਿਹੜੇ ਕੰਨ ਖੋਲ ਕੇ ਜਿਹੜੇ ਦੱਬਦੇ ਪਏ ਮੈਟਰ ਨੂੰ, ਤੇ ਜੁੱਤੀਆਂ ਵੀ ਖਾਣਗੇ। ਰੋਹਿਤ ਜੀ, ਕੰਮ ਤਾਂ ਤੁਸੀਂ ਜਨਤਾ ਦੇ ਪ੍ਰਤੀ ਕਰ ਰਹੇ ਹੋ, ਲੋਕਾਂ ਦੀ ਆਵਾਜ਼ ਪਹੁੰਚਾ ਰਹੇ ਹੋ, ਲੋਕਾਂ ਤੱਕ ਹੀ ਆਵਾਜ਼ ਪਹੁੰਚਾ ਰਹੇ ਹੋ। ਜਿਹੜੇ ਕਰਪਟ ਅਫਸਰ ਹੈਗੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਲੱਭਦੇ ਹੋ ਤੁਸੀਂ, ਕਰਪਟ ਅਫਸਰ ਜਿਹੜੇ ਹੈਗੇ ਨੇ ਲੋਕਾਂ ਦੀ ਜੇਬ ਕੱਟਦੇ ਨੇ, ਲੇਕਿਨ ਕਿੰਨੀਆਂ ਕੁ ਥ੍ਰੈਟ ਜਿਹੜੀਆਂ ਗੱਲ ਕਰਾਂ ਤੁਹਾਨੂੰ ਵੀ ਮਿਲਦੀਆਂ ਹੋਣਗੀਆਂ, ਥ੍ਰੈਟ ਕਿ ਤੂੰ ਪਿੱਛੇ ਹੋ ਜਾ, ਫਲਾਣਾ ਟਮਕਾਣਾ? ਥ੍ਰੈਟ ਦਾ ਜੀ ਇਹ ਇੱਦਾਂ ਰੂਟੀਨ ਆ, ਮਤਲਬ ਤੁਹਾਨੂੰ ਕਦੇ, ਮੈਂ ਇਸ ਵੇਲੇ ਮੇਰਾ ਖਿਆਲ ਹੈ ਅਪਰੋਕਸੀਮੇਟਲੀ 45 ਤੋਂ 50 ਦੇ ਕਰੀਬ ਮੈਂ ਕੇਸ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਫਾਈਲ ਕਰ ਚੁੱਕਾ, ਜਿਹਦੇ 'ਚੋਂ ਮੇਰੇ ਕੇਸ 25-26 ਦਾ ਐਡਮਿਟ ਹੋ ਚੁੱਕੇ ਨੇ। ਅਤੇ ਉਹ ਹੌਸਪੀਟਲਾਂ ਦੀ ਪਾਰਕਿੰਗ ਆ, ਹੋਟਲਾਂ ਦੀ ਪਾਰਕਿੰਗ ਆ, ਕੰਪਲੈਕਸਾਂ ਦੀ ਪਾਰਕਿੰਗ ਆ, ਐਨਕਰੋਚਮੈਂਟ ਆ, ਐਨਵਾਇਰਮੈਂਟ ਨੂੰ ਲੈ ਕੇ ਆ, ਮਤਲਬ ਅਲੱਗ-ਅਲੱਗ ਮੈਟਰ, ਬੜੇ ਵਾਸਟ ਫੀਲਡ 'ਚ ਕੰਮ ਕੀਤਾ ਮੈਂ। ਧਮਕੀਆਂ ਦਿੰਦੇ ਰਹਿੰਦੇ, ਇਹ ਤਾਂ ਨੋਰਮਲ ਜੀਆਂ ਗੱਲਾਂ, ਇੰਨੀ ਪਰਵਾਹ ਨਹੀਂ ਕਰਨੀ ਚਾਹੀਦੀ। ਜੇ ਉਹਨੂੰ ਕੋਈ ਜੋ ਸੱਟ ਮਾਰਨੀ ਮਾਰ ਲਓ, ਤੁਸੀਂ ਹਟਣਾ ਤੇ ਹੈ ਨਹੀਂਗਾ। ਅਸੀਂ ਮੇਰੀ ਗੱਲ ਸੁਣੋ, ਮੈਂ ਇੱਕ ਫਰੀਡਮ ਫਾਈਟਰ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਠੀਕ ਆ, ਔਰ ਮੈਂ ਬਿਲਕੁਲ ਕੈਮਰੇ ਦੇ ਉੱਤੇ ਚੈਲੰਜ ਕਰਦਾ, ਤੁਸੀਂ ਜੋ ਵਿਗਾੜਨਾ ਵਿਗਾੜ ਦਿਓ, ਅਸੀਂ ਆਪਦੇ ਕੰਮ ਤੋਂ ਨਹੀਂ ਹਟਣਾ ਹੈਗਾ। ਜੋ ਲੋਕ ਸੇਵਾ ਦਾ ਕੰਮ ਆ ਅਸੀਂ ਇੱਦਾਂ ਹੀ ਕਰਨਾ ਆ। ਕਿਉਂਕਿ ਸਾਨੂੰ ਪਬਲਿਕ ਦੀ ਵੀ ਸਪੋਰਟ ਆ, ਪਬਲਿਕ ਸਾਨੂੰ ਸਮਝਦੀ ਆ, ਪਬਲਿਕ ਦੀ ਸਾਨੂੰ ਪੂਰੀ ਜਿਹੜੀ ਹੈ ਇਸ ਗੱਲ ਦੇ ਵਿੱਚ, ਤੁਸੀਂ ਦੇਖੋ ਸੋਸ਼ਲ ਮੀਡੀਆ 'ਤੇ ਜਾਂ ਅਦਰਵਾਈਜ਼ ਲੋਕੀ ਬਹੁਤ ਪ੍ਰੇਜ਼ ਕਰਦੇ ਆ ਵੀ ਤੁਹਾਡਾ ਕੰਮ ਠੀਕ ਹੈਗਾ ਆ। ਨਹੀਂ, ਹੁਣ ਹਜੇ ਤੱਕ ਕਿੰਨੇ ਕੁ ਮਤਲਬ ਲੋਕ ਜਿਹੜੇ ਹੈਗੇ ਨੇ ਤਾਂ ਮਤਲਬ ਅਵੇਅਰਨੈਸ ਹੋਣਗੇ ਇਸ ਚੀਜ਼ ਤੋਂ ਬਾਅਦ? ਤੁਹਾਨੂੰ ਕੀ ਲੱਗਦਾ ਉਹ ਲੋਕ ਵੀਡੀਓ ਬਣਾਉਣਗੇ ਉਹ ਚੀਜ਼ਾਂ ਦੀਆਂ ਜਿਹੜੀਆਂ ਤੁਸੀਂ ਚੀਜ਼ ਕਹਿ ਰਹੇ ਹੋ ਕਿ ਲੋਕ ਜਿੱਥੇ ਲੁੱਟੇ ਜਾਂਦੇ ਨੇ, ਉਹ ਚੀਜ਼ ਦੀ ਵੀਡੀਓ ਜਿਹੜੀ ਹੈਗੀ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨੀ ਚਾਹੀਦੀ ਹੈ? ਦੇਖੋ ਜੀ, ਮੇਰੇ ਵੱਲੋਂ ਤਾਂ ਇੱਕ ਖੁੱਲੀ ਆਫਰ ਆ ਕਿ ਤੁਸੀਂ ਵੀਡੀਓ ਬਣਾ ਲਓ। ਕੰਪਲੇਂਟ ਕਿੱਦਾਂ ਕਰਨੀ ਹੈ ਮੈਂ ਦੱਸਦਾ ਤੁਹਾਨੂੰ, ਕਿਸ ਤਰੀਕੇ ਨਾਲ ਕਰਨੀ, ਕਿਸ ਤਰੀਕੇ ਨਾਲ ਚਲਾਉਣੀ ਹੈ, ਠੀਕ ਆ। ਹਾਂ, ਇਹ ਜ਼ਰੂਰ ਹੈ ਕਿ ਆਪਣੇ ਚੰਡੀਗੜ੍ਹ ਦੇ ਇਹ ਚੱਕਰ ਕਢਾਉਣਗੇ, 1-2 ਆਪਾਂ ਨੂੰ ਕੱਢਣੇ ਪੈਣੇ, ਥੋੜ੍ਹਾ ਢੀਠ ਹੋਣਾ ਪੈਣਾ ਆ, ਪਰ ਇੱਕ ਵਾਰੀ ਤਾਂ ਉਸ ਡਾਕਟਰ ਦੇ ਅਗੇਂਸਟ ਸਟਰਕਚਰ ਪਾਸ ਹੋ ਜਾਊਗਾ। ਮੈਂ ਤਕਰੀਬਨ 2 ਵੱਡੇ ਹਸਪਤਾਲ ਤੇ 2 ਡਾਕਟਰਾਂ ਦੇ ਅਗੇਂਸਟ ਸਟਰਕਚਰ ਪਾਸ ਕਰਾ ਕੇ ਰੱਖਿਆ ਹੋਇਆ ਆ। ਉਹਦੇ 'ਚ ਇੱਕ ਵਾਰੀ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਵੀ ਇਹਨਾਂ ਨੂੰ ਨਾ ਜੀ ਇਸ ਸਰਕੂਲਰ ਬਾਰੇ ਪਤਾ ਨਹੀਂ ਸੀ। 2017 'ਚ ਜਦੋਂ ਮੈਂ ਕੰਪਲੇਂਟ ਕੀਤੀ ਤਾਂ ਕਰਕੇ ਇਹਨਾਂ ਕੋਲੋਂ ਗਲਤੀ ਹੋ ਗਈ। ਹੁਣ ਅੱਜ ਦੀ ਡੇਟ 'ਚ ਵੀ ਜੇ ਇਹੀ ਕੰਮ ਕਰਦੇ ਹੋਣਗੇ, ਹੁਣ ਉਹਨਾਂ ਕੋਲ ਵਾਰਨਿੰਗ ਦੀ ਜਗ੍ਹਾ ਥੋੜ੍ਹੀ ਆ, ਹੁਣ ਤਾਂ ਸਿੱਧੀ ਫਿਰ ਸਸਪੈਂਸ਼ਨ ਆ। ਅਤੇ ਲੋਕਾਂ ਨੂੰ ਮੈਂ ਇਹੀ ਕਹਿੰਦਾ ਵੀ ਤੁਸੀਂ ਇਹਨਾਂ ਦੀ ਜਿਹੜੀਆਂ ਸਲਿੱਪਾਂ ਨੇ, ਜਿਹੜੀਆਂ ਮੈਡੀਕਲ ਦੀਆਂ ਤੁਹਾਨੂੰ ਪ੍ਰਸਕ੍ਰਾਈਬ ਕਰਦੇ ਨੇ, ਜੈਨਰਿਕ ਮੈਡੀਸਨ ਨਹੀਂ ਲਿਖ ਕੇ ਦਿੰਦੇ, ਉਹ ਸਲਿੱਪਾਂ ਸੰਭਾਲ ਕੇ ਰੱਖੋ, ਬਿੱਲ ਸੰਭਾਲ ਕੇ ਰੱਖੋ ਜਿਹੜੇ ਤੁਸੀਂ ਲਿੱਤੇ ਆ, ਔਰ ਪਲੱਸ ਤੁਸੀਂ ਜਿਹੜੇ ਕੋਈ ਰਿਕਾਰਡਿੰਗ ਵਗੈਰਾ ਕਰ ਸਕਦੇ ਹੋ ਨਾ ਐਜ਼ ਐਵੀਡੈਂਸ, ਅਤੇ ਉਹ ਤੁਸੀਂ ਜ਼ਰੂਰ ਕਰਕੇ ਰੱਖ ਲਓ, ਕਿਉਂਕਿ ਉਹ ਬਹੁਤ ਕੰਮ ਆਉਣੀ ਆ ਅੱਗੇ ਜਾ ਕੇ, ਇਨਕੁਆਇਰੀ ਦੇ ਵਿੱਚ ਬਹੁਤ ਕੰਮ ਆਉਂਦੀ ਆ। ਗੱਲ ਕੀਤੀ ਹੈ, ਮੇਰਾ ਦੁਬਾਰਾ ਸਵਾਲ ਆ, ਤੁਹਾਨੂੰ ਪਹਿਲੀ ਇੰਟਰਵਿਊ 'ਚ ਵੀ ਸੀਗਾ, ਦੂਜੀ ਇੰਟਰਵਿਊ 'ਚ ਆਈ ਹੈ, ਲੋਕਾਂ ਨੂੰ ਨਹੀਂ ਪਤਾ ਸਰ ਕਿ ਜੈਨਰਿਕ ਕਿਹੜੀ ਹੈ ਅਤੇ ਐਥੀਕਲ ਕਿਹੜੀ ਹੈ। ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ
ਲੋਕਾਂ ਨੂੰ ਜਦੋਂ ਆਪ ਹੀ ਨਹੀਂ ਉਹ ਦੱਸਦੇ, ਉਹ ਕਹਿੰਦੇ ਕਿ ਜਦੋਂ ਫਾਰਮੇਸੀ ਕਰਨੀ ਪਊਗੀ ਇਹਦੇ ਵਾਸਤੇ ਤਾਂ ਤੁਹਾਨੂੰ ਪਤਾ ਲੱਗੂਗਾ ਜੈਨਰਿਕ ਤੇ ਐਥੀਕਲ ਕੀ ਹੈ। ਨਾ 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 ਨਾ, ਕੋਈ ਫਾਰਮੇਸੀ ਕਰਨ ਦੀ ਲੋੜ ਨਹੀਂ। ਸਿੰਪਲ ਮੈਨੂੰ ਕਿਸੇ ਡਾਕਟਰ ਨੇ ਦਵਾਈ ਲਿਖ ਕੇ ਦੇਤੀ, ਮੈਂ ਪਰਚੀ ਲਿੱਤੀ, ਪਰਚੀ ਲੈ ਕੇ ਮੈਂ ਕੈਮਿਸਟ ਕੋਲੇ ਚਲ ਗਿਆ ਵੀ ਭਾਈ ਸਾਹਿਬ ਆ ਦੱਸਿਓ ਦਵਾਈ ਜੈਨਰਿਕ ਹੈ ਕਿ ਕੰਪਨੀ ਦੀ ਆ। ਤੁਹਾਨੂੰ 1 ਮਿੰਟ 'ਚ ਪਤਾ ਲੱਗ ਜਾਣਾ ਕੈਮਿਸਟ ਕੋਲੋਂ ਵੀ ਕੰਪਨੀ ਦੀ ਹੈ ਕਿ ਜੈਨਰਿਕ ਦੀ। ਇੱਕ ਕੈਮਿਸਟ ਤੁਹਾਨੂੰ ਸ਼ੱਕ ਪੈ ਰਿਹਾ, ਦੂਜੇ ਤੋਂ ਪਤਾ ਕਰ ਲਓ, ਬਸ ਇੰਨੇ ਜੀ ਤੁਹਾਨੂੰ ਕਲੀਅਰ ਹੋ ਜਾਣਾ ਕਿਹੜੀ ਫਾਰਮੇਸੀ ਕਰਨ ਦੀ ਲੋੜ ਹੈ। ਕੋਈ ਫਾਰਮੇਸੀ ਕਰਨ ਦੀ ਲੋੜ ਨਹੀਂ। ਇੱਕ ਤਾਂ ਦਵਾਈਆਂ ਦੇ ਨਾਮ ਇੰਨੇ ਔਖੇ ਨੇ, ਸਾਲਟਾਂ ਦੇ ਯਾਦ ਨਹੀਂ ਰਹਿੰਦੇ, ਆਮ ਬੰਦੇ ਨੂੰ ਕਿੱਥੋਂ ਯਾਦ ਕਰ ਲੂਗਾ। ਜੇ ਮੰਨ ਲਓ ਡਾਕਟਰ ਨੇ ਲਿਖ ਕੇ ਵੀ ਦੇਤਾ ਕੰਪਨੀ ਦਾ ਨਾਮ, ਤਾਂ ਉਹ 1 ਮਿੰਟ ਦੇ ਵਿੱਚ ਫੜਿਆ ਜਾਂਦਾ। ਤੁਸੀਂ ਇੰਟਰਨੈਟ ਦੇ ਉੱਤੇ ਸਰਚ ਕਰ ਲਓ। ਚਲੋ ਤੁਸੀਂ ਤੁਹਾਨੂੰ ਪਹਿਲੀ ਗੱਲ ਤਾਂ ਇੱਕ ਗੱਲ ਦਾ ਖਿਆਲ ਤੁਸੀਂ ਸਾਰਿਆਂ ਨੇ ਰੱਖਣਾ ਕਿ ਡਾਕਟਰ ਨੇ ਨਾਮ ਤੁਹਾਨੂੰ ਕੈਪੀਟਲ ਵਰਡਸ ਦੇ ਵਿੱਚ ਲਿਖ ਕੇ ਦੇਣਾ। ਉਹ ਇਸ ਤਰੀਕੇ ਨਾਲ ਨਹੀਂ ਲਿਖੇਗਾ ਵੀ ਸਿਰਫ ਕੈਮਿਸਟ ਪੜ੍ਹ ਲਏਗਾ। ਬਿਲਕੁਲ ਇਸ ਸਰਕੂਲਰ ਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਵੀ ਇਹਨਾਂ ਨੇ ਨਾਮ ਕੈਪੀਟਲ ਵਰਡਸ ਦੇ ਵਿੱਚ ਲਿਖ ਕੇ ਦੇਣਾ ਆ। ਠੀਕ ਆ, ਜੇ ਡਾਕਟਰ ਕੈਪੀਟਲ ਵਰਡ ਦੇ ਵਿੱਚ ਨਹੀਂ ਲਿਖਦਾ ਤਾਂ ਡਾਕਟਰ ਨੂੰ ਪੁਆਇੰਟ ਆਊਟ ਕਰੋ ਵੀ ਤੁਸੀਂ ਕੈਪੀਟਲ ਵਰਡਸ ਦੇ ਵਿੱਚ ਨਾਮ ਨਹੀਂ ਲਿਖਿਆ। ਉਸ ਤੋਂ ਬਾਅਦ ਹਰ ਬੰਦੇ ਦੇ ਹੱਥ 'ਚ ਮੋਬਾਈਲ ਆ, ਹਰ ਬੰਦੇ ਦੇ ਹੱਥ 'ਚ ਇੰਟਰਨੈਟ ਆ। ਗੂਗਲ ਦੇ ਉੱਤੇ ਜਾਓ, 1 ਮਿੰਟ ਤੁਸੀਂ ਉਹ ਦਵਾਈ ਦਾ ਨਾਮ ਟਾਈਪ ਕਰੋ, ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਣਾ ਵੀ ਇਹ ਸਾਲਟ ਆ ਕਿ ਇਹ ਕੰਪਨੀ ਦੀ ਦਵਾਈ ਆ। ਤੁਹਾਡੇ ਹੱਥ ਆ ਸਾਰਾ ਕੁਝ। ਤੁਸੀਂ ਦੇਖਣਾ ਵੀ ਤੁਸੀਂ ਆਪਣਾ ਸ਼ੋਸ਼ਣ ਕਰਵਾਉਣਾ ਜਾਂ ਨਹੀਂ ਕਰਵਾਉਣਾ। ਇਹ ਸਨ ਸਾਡੇ ਨਾਲ ਰੋਹਿਤ ਸੱਭਰਵਾਲ ਜੀ, ਆਰਟੀ ਐਕਟੀਵਿਟੀ ਜਿਹੜੇ ਲੁਧਿਆਣਾ ਤੋਂ ਨੇ। ਬਹੁਤ ਹੀ ਵਧੀਆ ਉਪਰਾਲਾ ਸੀਗਾ ਇਹਨਾਂ ਦਾ। ਜਿਹੜੇ ਲੋਕ ਜਿਹੜੇ ਹੈਗੇ ਨੇ ਮਹਿੰਗੇ ਹਸਪਤਾਲਾਂ 'ਚ ਬਾਹਰਲੀ ਜਿਹੜੀ ਦਵਾਈ ਬਾਹਰੋਂ ਨਹੀਂ ਲੈ ਸਕਦੇ, ਹੁਣ ਉਹਨਾਂ ਨੂੰ ਦਵਾਈ ਬਾਹਰੋਂ ਲੈਣ ਲਈ ਹੁਣ ਰੋਹਿਤ ਸੱਭਰਵਾਲ ਜੀ ਨੇ ਇੱਕ ਆਰਟੀ ਪਾਈ ਹੈ। ਬਹੁਤ ਹੀ ਜਲਦ ਉਹ ਹਸਪਤਾਲ ਦੇ ਬਾਹਰਲੇ ਮੈਡੀਕਲ ਸਟੋਰਾਂ ਤੋਂ ਦਵਾਈ ਲੈ ਕੇ ਅੰਦਰ ਜਾ ਸਕਦੇ ਨੇ। ਹੁਣ ਲੋਕਾਂ ਦੀ ਇਹ ਬਹੁਤ ਹੀ ਵੱਡੀ ਰਾਹਤ ਦੀ ਖਬਰ ਹੈਗੀ ਆ। ਰੋਜ਼ਾਨਾ ਸਪੋਕਸਮੈਨ ਟੀਵੀ ਇੱਦਾਂ ਦੀ ਇਨਫੋਰਮੇਸ਼ਨ ਉਹ ਲੋਕਾਂ ਤੱਕ ਪਹੁੰਚਾਉਂਦਾ ਰਹੂਗਾ ਜਿਹੜੇ ਲੋਕ ਨਹੀਂ ਜਾਗਰੂਕ ਹੈਗੇ। ਜਾਗਰੂਕ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇੱਦਾਂ ਦੇ ਜਿਹੜੇ ਲੋਕ ਹੈਗੇ ਨੇ ਲੋਕਾਂ ਵਾਸਤੇ ਬੈਠੇ ਨੇ ਜੋ ਬਹੁਤ ਹੀ ਵਧੀਆ ਉਪਰਾਲਾ ਕਰਦੇ। ਲੁਧਿਆਣਾ ਤੋਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ ਟੀਵੀ।